ਪਰਿਵਾਰ ਦੀਆਂ ਪਵਿੱਤਰ ਸ਼ਹੀਦੀਆਂ ਨੂੰ ਯਾਦ ਕਰਦਿਆਂ ਹੋਇਆਂ ਪਿਛਲੇ ਦਿਨਾਂ ਤੋਂ ਹਜ਼ੂਰ ਦੇ ਪਵਿੱਤਰ ਜੀਵਨ ਅੰਦਰ ਜੋ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਨੇ, ਹਜ਼ੂਰ ਨੇ ਇਹ ਸਾਕੇ ਵਰਤਾਏ ਹਨ। ਉਹਨਾਂ ਦੀ ਕਥਾ ਆਪ ਲੜੀਵਾਰ ਸਰਵਣ ਕਰਦੇ ਆ ਰਹੇ ਹੋ। ਚਮਕੌਰ ਸਾਹਿਬ ਦੀ ਪਾਵਨ ਧਰਤੀ, ਜਿਸ ਧਰਤੀ ਦੇ ਉੱਪਰ ਇਸ ਸੰਸਾਰ ਦਾ ਇੱਕ ਅਦੁੱਤੀ ਯੁੱਧ ਹੋਇਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜੋ ਆਪਣੇ ਸ਼੍ਰੀ ਕੰਠ ਤੋਂ ਬਚਨ ਕਹੇ ਸੀ, ਚਮਕੌਰ ਸਾਹਿਬ ਦੀ ਕੱਚੀ ਗੜੀ ਦੇ ਅੰਦਰ ਮਹਾਰਾਜ ਜੀ ਨੇ ਉਸ ਰਣ ਤੱਤੇ ਵਿੱਚ ਸੱਤ ਕਰਕੇ ਵਿਖਾਏ। 1.25 ਲੱਖ ਦੇ ਨਾਲ ਹਜ਼ੂਰ ਦਾ ਇੱਕ ਇੱਕ ਖਾਲਸਾ, ਜਿਹਨੂੰ ਨਿਹੰਗ ਸਿੰਘ 1.25 ਲੱਖ ਕਹਿੰਦੇ ਹੈ। सदगुरु जी ने वाक कहे सी, 1.25 लाख से एक लड़ाऊं, तबै गोबिंद सिंह नाम कहाऊं। ये वाक चमकौर साहब की गढ़ी विच हजूर ने सत कर विखाए। सच्चे पातशाह जी महाराज ਸਿੰਘਾਂ ਦੀ ਬੇਨਤੀ सतगुरु जी मन करके ਜਦੋਂ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਭਾਈ ਦਇਆ ਸਿੰਘ ਸਾਹਿਬ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਗੁਰਿਆਈ ਬਖਸ਼ਿਸ਼ ਕੀਤੀ ਹੈ। ਭਾਈ ਸੰਗਤ ਸਿੰਘ ਸਾਹਿਬ ਜੀ ਨੂੰ ਆਪਣਾ ਸਤਿਗੁਰੂ ਨੇ ਸ਼ਾਹੀ ਕਲਗੀ ਤੋੜਾ ਬਖਸ਼ਿਸ਼ ਕੀਤਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਭਾਈ ਦਇਆ ਸਿੰਘ ਸਾਹਿਬ ਜੀ, ਭਾਈ ਧਰਮ ਸਿੰਘ ਸਾਹਿਬ ਤੇ ਭਾਈ ਮਾਨ ਸਿੰਘ ਸਾਹਿਬ ਜੀ, ਤਿੰਨਾਂ ਸਿੰਘਾਂ ਦੇ ਸਮੇਤ ਸਤਿਗੁਰੂ ਜੀ ਨੇ ਕੱਚੀ ਗੜੀ ਨੂੰ ਛੱਡਿਆ। ਜਾਂਦਿਆਂ ਹੋਇਆਂ ਸਤਿਗੁਰੂ ਜੀ ਫਿਰ ਲਲਕਾਰ ਕੇ ਗਏ ਹੈ ਕਿ ਕਿਸੇ ਵਿੱਚ ਹਿੰਮਤ ਹੈ ਤੇ ਆ ਕਰਕੇ ਰੋਕ ਲਵੇ। ਮੁਗਲ ਫੌਜ ਵਿੱਚ ਇਹੋ ਜਿਹੀ ਭਗਦੜ ਮਚੀ, ਰਾਤ ਦੇ ਹਨੇਰੇ ਵਿੱਚ ਕਿਸੇ ਨੂੰ ਕਿਸੇ ਦੀ ਕੋਈ ਪਹਿਚਾਣ ਨਹੀਂ ਸੀ ਆਉਂਦੀ। ਮੁਗਲ ਫੌਜ ਆਪਸ ਦੇ ਵਿੱਚ ਹੀ ਕੱਟ ਮਰੀ। ਬਹੁਤ ਵੱਡਾ ਨੁਕਸਾਨ ਉਹਨਾਂ ਦਾ ਇਸ ਰਾਤ ਦੇ ਸਮੇਂ ਵਿੱਚ ਵੀ ਹੋਇਆ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਇੱਥੋਂ ਸਾਧ ਸੰਗਤ ਜੀ ਮਾਛੀਵਾੜੇ ਦੀ ਦਿਸ਼ਾ ਨੂੰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਤੁਰੇ ਹੈ। ਜਦੋਂ ਮਹਾਰਾਜ ਝਾੜ ਸਾਹਿਬ ਪਹੁੰਚਦੇ ਹੈ, ਚਮਕੌਰ ਸਾਹਿਬ ਜੀ ਦਾ ਜੋ ਸ਼ੇਸ਼ ਯੁੱਧ ਰਹਿੰਦਾ ਹੈ ਉਹ ਵਰਣਨ ਕਰਕੇ ਫਿਰ ਸਾਧ ਸੰਗਤ ਜੀ ਇੱਥੋਂ ਅੱਗੇ ਇਤਿਹਾਸ ਆਪਾਂ ਸਰਵਣ ਕਰਾਂਗੇ। ਉਂਝ ਅੱਜ ਦਾ ਦਿਨ ਉਹ ਹੈ, ਗੂੰਜ ਥੋੜੀ ਜਿਹੀ ਪੈਂਦੀ ਹੈ, ਠੀਕ ਕਰ ਦਿਓ। ਅੱਜ ਦਾ ਦਿਨ ਉਹ ਹੈ ਜੋ ਰਾਤ ਲੰਘ ਚੁੱਕੀ ਹੈ ਨਾ। ਮੋਰਿੰਡੇ ਦੇ ਹਾਕਮ ਨੇ ਗੁਰੂਦੇਵ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਸਰਹੰਦ ਵਿਖੇ ਗ੍ਰਿਫਤਾਰ ਕਰਵਾ ਦਿੱਤਾ ਸੀਗਾ। ਇਹ ਜਿਹੜੀ ਰਾਤ ਲੰਘੀ ਹੈ, ਮਾਤਾ ਸਾਹਿਬ ਜੀ ਨੇ ਅਤੇ ਸਾਹਿਬਜ਼ਾਦਿਆਂ ਨੇ ਠੰਡੇ ਬੁਰਜ ਦੇ ਅੰਦਰ ਇਹ ਰਾਤ ਜਿਹੜੀ ਹੈ ਲੰਘੀ ਬਤੀਤ ਕੀਤੀ ਹੈ। ਸਾਧ ਸੰਗਤ ਜੀ 13 ਪੋਹ ਨੂੰ ਸ਼ਹੀਦੀ ਹੁੰਦੀ ਹੈ। ਉਧਰ ਸਤਿਗੁਰੂ ਜੀ ਗੁਲਾਬੇ ਮਸੰਦ ਦੇ ਘਰ ਪਹੁੰਚਦੇ ਹੈ। ਇੱਧਰ ਸਾਹਿਬਜ਼ਾਦੇ ਤੇ ਸਤਿਕਾਰਯੋਗ ਮਾਤਾ ਜੀ ਸਰਹੰਦ ਮੋਰਿੰਡੇ ਦਾ ਹਾਕਮ ਗ੍ਰਿਫਤਾਰ ਕਰਵਾ ਦਿੰਦਾ ਹੈ। ਇਹ ਅੱਜ ਦਾ ਪਹਿਲਾ ਸੂਰਜ ਜਿਹੜਾ ਇਹ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਅੰਦਰ ਚੜ੍ਹਿਆ। ਇਹ 3 ਦਿਨ ਦੀ ਉੱਥੇ ਸਾਧ ਸੰਗਤ ਜੀ ਜੋ ਵਾਰਤਾਲਾਪ ਹੁੰਦੀ ਹੈ। 13 ਪੋਹ ਨੂੰ ਹਜ਼ੂਰ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਹੈ। ਸਤਿਕਾਰਯੋਗ ਜਗਤ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਪੁਰਬ ਹੈ। ਉਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜਦੋਂ ਚਮਕੌਰ ਸਾਹਿਬ ਦੀ ਗੜੀ ਨੂੰ ਮਹਾਰਾਜ ਛੱਡ ਗਏ ਹੈ, ਮਗਰੋਂ ਸਿੰਘ ਜਿਵੇਂ ਸਤਿਗੁਰੂ ਜੀ ਆਗਿਆ ਕਰਕੇ ਗਏ ਸੀ, ਮਹਾਰਾਜ ਦੇ ਖਾਲਸੇ ਜਾਣਦੇ ਆ ਦੇਹਾਂ ਨਾਸ਼ਵੰਤ ਨੇ, ਸਦਾ ਨਹੀਂ ਰਹਿੰਦੀਆਂ।
ਇਹ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਕਿਰਪਾ ਕਰਕੇ ਆਪਣੇ ਸੱਚਖੰਡ ਜਾਣ ਦਾ ਰਾਹ ਦਿੱਤਾ ਏ। ਸਿੰਘਾਂ ਨੇ ਇਹ ਧਾਇਆ ਹੋਇਆ ਸੀ ਮਨ ਦੇ ਅੰਦਰ ਕਿ ਦਿਨ ਚੜ੍ਹਦਿਆਂ ਨੂੰ ਅਸੀਂ ਸ਼ਹੀਦੀ ਬਾਟੇ ਛਕਾਂਗੇ, ਚੜ੍ਹਦੀ ਕਲਾ ਦੇ ਨਾਲ ਵੀਰ ਗਤੀ ਨੂੰ ਪ੍ਰਾਪਤ ਹੋਵਾਂਗੇ। ਟਾਮੀ ਟਾਮੀ ਗੋਲੀ ਕੋ ਤੀਰ ਰਾਤ ਦੇ ਹਨੇਰੇ ਵਿੱਚ ਇਧਰੋਂ ਉਧਰ ਹੀ ਚੱਲਦਾ ਰਿਹਾ। ਫੌਜ ਨੂੰ ਇਹੀ ਭੁਲੇਖਾ ਰਿਹਾ ਸੈਨਾਪਤੀਆਂ ਨੂੰ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੜੀ ਦੇ ਅੰਦਰ ਅਜੇ ਵੀ ਕਾਬਜ ਹਨ। ਭਾਈ ਸੰਗਤ ਸਿੰਘ ਸਾਹਿਬ ਉਸੇ ਮਮਟੀ ਤੇ ਜਿੱਥੇ ਗੁਰਦੇਵ ਵੀਰ ਆਸਣ ਲਾ ਕੇ ਬੈਠੇ ਸੀ, ਚੜ੍ਹਦੇ ਸੂਰਜ ਨਾਲ ਜਦੋਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਵਾਂਗ ਹੀ ਭਾਈ ਸੰਗਤ ਸਿੰਘ ਸਾਹਿਬ ਨੂੰ ਬੈਠਿਆਂ ਵੇਖਿਆ, ਮੁਗਲ ਫੌਜ ਨੇ ਬਹੁਤ ਜ਼ੋਰ ਦੀ ਫਿਰ ਹੱਲਾ ਬੋਲਿਆ। ਜਿੰਨੇ ਕੁ ਸਿੰਘ ਗੜੀ ਵਿੱਚ ਬਾਕੀ ਬਚੇ ਸਨ, ਸ੍ਰੀ ਸਾਹਿਬਾਂ ਖਿੱਚ ਕੇ ਤੇ ਸਮੇਂ ਜੋ ਗੋਲੀ ਸਿੱਕਾ ਬਰੂਦ ਸੀ ਉਹਨੂੰ ਵਰਤ ਕੇ ਜਦੋਂ ਅੰਤ ਤੀਰ ਮੁੱਕ ਗਏ, ਗੋਲੀਆਂ ਮੁੱਕ ਗਈਆਂ, ਫਿਰ ਗਾਤਰੇ ਦੀਆਂ ਸ੍ਰੀ ਸਾਹਿਬਾਂ ਖਿੱਚ ਕੇ ਸਿੰਘ ਭੁੱਖੇ ਸ਼ੇਰਾਂ ਵਾਂਗ ਇਸ ਟਿੱਡੀ ਦਲ ਦੇ ਅੰਦਰ ਵੜ ਕਰਕੇ ਬੇਸ਼ੁਮਾਰ ਫੌਜ ਦੇ ਆਹੂ ਲਾਉਂਦਿਆਂ ਹੋਇਆਂ ਵੀਰ ਗਤੀ ਨੂੰ ਪ੍ਰਾਪਤ ਹੋਏ। ਭਾਈ ਸੰਗਤ ਸਿੰਘ ਜੀ ਬੰਗਸੀ ਜਿੱਥੇ ਨਿਸ਼ਾਨ ਕਾਇਮ ਕੀਤਾ ਹੋਇਆ ਸੀਗਾ, ਉਸ ਦੇ ਨੇੜੇ ਭਾਈ ਸਾਹਿਬ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ। ਇਹ ਚਮਕੌਰ ਸਾਹਿਬ ਜੀ ਦੇ ਸਾਧ ਸੰਗਤ ਜੀ ਆਖਰੀ ਸ਼ਹੀਦ ਹੋਏ ਹੈ, ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਆਗਿਆ ਨੂੰ ਪਾਲਦਿਆਂ ਹੋਇਆਂ ਬੜ ਵੀਰਤਾ ਪੂਰਵਕ ਯੁੱਧ ਕਰਕੇ ਮੈਦਾਨੇ ਜੰਗ ਦੇ ਅੰਦਰ ਸ਼ਹੀਦੀ ਪ੍ਰਾਪਤ ਕੀਤੀ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਤਾਂ ਸਤਿਗੁਰੂ ਪਾਤਸ਼ਾਹ ਜੀ ਇੱਥੋਂ ਝਾੜ ਸਾਹਿਬ ਹੁੰਦਿਆਂ ਮਾਛੀਵਾੜੇ ਪਹੁੰਚੇ ਐ। ਸ਼ਹੀਦਾਂ ਦੇ ਸੰਸਕਾਰ ਦੀ ਬਾਬਤ ਬੇਨਤੀ ਕਰਕੇ ਫਿਰ ਸਤਿਗੁਰੂ ਜੀ ਜਿੱਧਰ ਨੂੰ ਜਾਂਦੇ ਐ ਉਹ ਥੋੜਾ ਇਤਿਹਾਸ ਕਹਿ ਕੇ ਫਿਰ ਮੈਂ ਕਥਾ ਗੁਰਬਾਣੀ ਦੀ ਆਰੰਭ ਕਰਾਂਗਾ। ਸਾਧ ਸੰਗਤ ਜੀ, ਜਦੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਤੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਸ਼ਹੀਦ ਹੋਏ ਐ, ਬੇਸ਼ੁਮਾਰ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜੋ ਪੁਰਸ਼ਾਰਥ ਕਰਦੇ ਹੋਏ ਫੌਜਾਂ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ, ਉਹਨਾਂ ਨੂੰ ਮਾਰਦੇ ਹੋਏ ਜਦੋਂ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਹੋ ਗਏ। ਇਹ ਭਾਈ ਤਲੋਕ ਸਿੰਘ ਜੀ ਤੇ ਭਾਈ ਰਾਮ ਸਿੰਘ ਜੀ ਫੂਲਕਿਆਂ ਦੇ ਵਡੇਰੇ ਹੋਏ ਐ। ਇਹ ਉੱਥੇ ਸਤਿਗੁਰੂ ਜੀ ਨੂੰ ਜਾ ਕਰਕੇ ਇਹਨਾਂ ਨੇ ਸਾਰੀ ਗਾਥਾ ਸੁਣਾਈ ਸੀ ਜਦੋਂ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਪੁੱਜੇ ਸਨ, ਰਾਏ ਡੱਲੇ ਦੀ ਬੇਨਤੀ ਮੰਨ ਕਰਕੇ। ਜਦੋਂ ਸਤਿਗੁਰੂ ਜੀ ਇੱਥੇ ਆਏ ਸੀ, ਇਹ ਦੋਵੇਂ ਭਰਾ ਰਸਤਾਂ ਦੇ ਗੱਡੇ ਭਰ ਕਰਕੇ ਲਿਆਏ, ਪਰਿਵਾਰ ਸਮੇਤ ਆਏ, ਬਹੁਤ ਨਿਮਰੀ ਭੂਗ ਹੋ ਕਰਕੇ ਮੱਥਾ ਟੇਕਿਆ, ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਰਸਤਾਂ ਭੇਟ ਕੀਤੀਆਂ। ਉਸ ਸਮੇਂ ਸਤਿਗੁਰੂ ਜੀ ਦੇ ਦਰਬਾਰ ਦੇ ਅੰਦਰ ਇੱਕ ਸਿੰਘ ਨੇ ਕਿਹਾ, ਭਾਈ ਤਲੋਕ ਸਿੰਘ ਜੀ, ਸਾਨੂੰ ਪਤਾ ਲੱਗਾ ਕਿ ਆਪ ਨੇ ਸਾਹਿਬਜ਼ਾਦਿਆਂ ਦੇ ਅੰਤਮ ਸੰਸਕਾਰ ਦੀ ਸੇਵਾ ਕੀਤੀ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਭਾਈ ਤਲੋਕ ਸਿੰਘ ਜੀ ਦੱਸੋ ਤੁਸੀਂ ਉੱਥੇ ਕਿਵੇਂ ਪੁੱਜੇ ਸੀਗੇ? ਫਿਰ ਭਾਈ ਤਲੋਕ ਸਿੰਘ ਤੇ ਭਾਈ ਰਾਮ ਸਿੰਘ ਜੀ ਕਹਿਣ ਲੱਗੇ, ਮਹਾਰਾਜ ਅਸੀਂ ਸਰਹੰਦ ਟਕੇ ਤਾਰਨ ਵਾਸਤੇ ਗਏ ਸੀ ਤੇ ਸਾਨੂੰ ਪਤਾ ਲੱਗਿਆ, ਕਿਉਂਕਿ ਜਿਸ ਦਿਨ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਚਮਕੌਰ ਸਾਹਿਬ ਪਹੁੰਚਦੇ ਆ, ਯੁੱਧ ਹੁੰਦਾ ਹੈ, ਉਦੋਂ ਅਜੇ ਮਾਤਾ ਸਾਹਿਬ ਤੇ ਸਾਹਿਬਜ਼ਾਦੇ ਸਰਹੰਦ ਨਹੀਂ ਗ੍ਰਿਫਤਾਰ ਹੋਏ। 10 ਪੋਹ ਦੀ ਸ਼ਾਮ ਸੀ ਜਦੋਂ ਮਰਿੰਡੇ ਦੇ ਹਾਕਮ ਨੇ ਮਾਤਾ ਸਾਹਿਬ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਗ੍ਰਿਫਤਾਰ ਕਰਵਾ ਦਿੱਤਾ ਸੀ। ਅੱਜ ਸਾਧ ਸੰਗਤ ਜੀ 11 ਪੋਹ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਇਹਨਾਂ ਨੇ ਦੱਸਣਾ ਸ਼ੁਰੂ ਕੀਤਾ, ਸਤਿਗੁਰੂ ਜੀ ਅਸੀਂ ਜਦੋਂ ਟਕੇ ਤਾਰਨ ਗਏ ਸਾਂ, ਸਾਨੂੰ ਉੱਥੋਂ ਹਕੂਮਤ ਦੇ ਕੁਝ ਬੰਦਿਆਂ ਕੋਲੋਂ ਪਤਾ ਲੱਗਾ ਕਿ ਆਪ ਚਮਕੌਰ ਸਾਹਿਬ ਦੇ ਅੰਦਰ ਯੁੱਧ ਕਰ ਰਹੇ ਹੋ, ਬਹੁਤ ਵੱਡਾ ਆਪ ਨੂੰ ਘੇਰਾ ਪਿਆ ਹੋਇਆ ਹੈ। ਮਹਾਰਾਜ ਉਸ ਸਮੇਂ ਅਸੀਂ ਇਹ ਵਿਚਾਰ ਕੇ ਚਮਕੌਰ ਸਾਹਿਬ ਨੂੰ ਚਾਲੇ ਪਾ ਦਿੱਤੇ ਕਿ ਆਪ ਦੀ ਕੋਈ ਸੇਵਾ ਸਾਨੂੰ ਮਿਲ ਸਕੇ ਤੇ ਵਡਭਾਗੀ ਹੋਵਾਂਗੇ। ਸੱਚੇ ਪਾਤਸ਼ਾਹ ਜਦੋਂ ਅਸੀਂ ਚਮਕੌਰ ਸਾਹਿਬ ਪਹੁੰਚੇ, ਦਿਨ ਚੜ੍ਹਦਿਆਂ ਸਾਨੂੰ ਪਤਾ ਲੱਗਿਆ
कि आप तो इत्थों कूच कर चुके हो। जदों महाराज असीं सारा खबरसार सानू पता लगी ते आप दे साहबजादे वीर गति नूं प्राप्त होए है। आप जी दे साथी सिंह भी मैदाने जंग दे अंदर शहीदियां पा गए है। सच्चे पातशाह जी महाराज उस वक्त असीं फिर साहबजादियां दे शरीरां नूं टोलिया ते मैदाने जंग विचों सानू साहबजादियां दे शरीर लभे जो शस्त्रां नाल सनद्धबद्ध तैयार पर तैयार। जिथे गुरुद्वारा कतलगढ़ साहिब है इस अस्थान ते भाई तलोक सिंह जी ते भाई राम सिंह जी ने बीबी हरशरण कौर दा भी साध संगत जी जिक्र आउंदा है। तो इन्हां ने जिहड़ी विथया सी सारी दमदमा साहिब महाराज जी नूं सुणाई है। सच्चे पातशाह जिन्ने भी सिंह शहीद सन उन्हां सारे शहीद सिंघां दे शरीर एक थां ते इकट्ठे करके वड्डी चिखा महाराज बनाई। फिर दूसरी जिहड़ी सिखा सी वो उत्थे दोहां साहबजादियां दे शरीर महाराज टिकाए ते दो थां ते चिखा जिहड़ी सी महाराज जदों बली भावें के जदों एडा वड्डा युद्ध हुंदा है तां साध संगत जी उत्थे दा जिहड़ा ना कहना ते सुनना उहदे नाल अखीं वेखण दी तस्वीर कुछ होर हुंदी है। पर जदों कवि राज इस युद्ध का वर्णन करते हैं जानो ਸਰੋਤੇ ਨੂੰ तस्वीर ही सामने दिसदी है। चमकौर साहब की धरती कोई इस तरह नहीं सी रह गई कि आम धरती होवे। चार शफेरे साध संगत जी लोथां ही लोथां सन। लहू ते मिज जिहड़े सी ना वो चार शफेरे खिलरी हुई मिज ते लहू नाल नीवियां थावां भर गईयां सी ते उत्थे फिर आकाश विच इल्लां गिलजां उड़ रहीआं सीगियां। कां आदਿਕ मंडरा रहे सी। गिद्दड़ मास खिच खिच के खा रहे सन क्योंकि फौज ही इन्नी मार दित्ती सी कि उन्हां कोल कोई रख रखा दा साध संगत जी वसीला ही नहीं रह गया सी। इन्नियां लोथां नूं किवें संभालिया जा सकदा है। फिर आप सियाणे हो जदों लोथ तां दो पैर ही रह जावे ते बदबो दा कारण बन जाती है। किन्नी बदबो आउंदी होवेगी। भावें कि इहो जिहा उत्थे साध संगत जी भयानक मंजर बनिया होया सीगा कि कायर वेखे तो उहदा हिरदा ही पाट जावे। जदों भाई तलोक सिंह जी ते भाई राम सिंह जी ने ऐसे भयानक अस्थान तो रात वेले वेखो सारियां देहां नूं एकत्र करना साहबजादियां दे शरीर टोलने। फिर दिन वक्त सारी टोह रखी रात नूं ये सेवा सारी कीती। फिर भी कुछ जिहड़े हकूमत दे पिठू सन उन्हां ने जदों शिकायत कीती उत्थे चौंकी दे अंदर ते उथों दे जिहड़े सीगे कर्मचारी उन्हां ने आके जदों वेखिया ते भाई तलोक सिंह जी कहण लगे महाराज उस समय असीं भेस वटाया होया सीगा ते ਉਹ ਜਿਹੜੀ ਪਾਗਲਾਂ ਵਾਲੀ ਅਵਸਥਾ ਸੀ ਉਹ ਉਹਨਾਂ ਨੇ ਤੇ ਸਮੇਂ ਮਹਾਰਾਜ ਕਹਿੰਦੇ ਅਸੀਂ ਬਣਾ ਲਈ ਤੇ ਆਪਣੇ ਸਿਰ ਤੇ ਜਿਵੇਂ ਖੇ ਸਵਾਹ ਪਾਉਣ ਲੱਗ ਪਏ ਤੇ ਅਵਾ ਤਵਾ ਬੋਲਣ ਲੱਗ ਪਏ। ਉਹਨਾਂ ਨੂੰ ਪ੍ਰਤੀਤ ਹੋਇਆ ਕਿ ਪਾਗਲ ਲੱਗਦੇ ਆ ਤੇ ਪਾਗਲ ਜਾਣ ਕਰਕੇ ਫਿਰ ਸਾਨੂੰ ਛੱਡ ਗਏ। ਇਹ ਨੀਤੀ ਦੇ ਨਾਲ ਉਹਨਾਂ ਨੇ ਸਾਹਿਬਜ਼ਾਦਿਆਂ ਦੇ ਅੰਤਮ ਸੰਸਕਾਰ ਦੀ ਸੇਵਾ ਕੀਤੀ। बीबी हरशरण कौर नूं कहंदे आ चिखा च पा करके जिहड़ा सी उन्हां ने शहीद कर दिता सीगा। इह जिक्र आउंदा है जदों भाई तलोक सिंह ते भाई राम सिंह जी ने साहबजादियां दे संस्कार करन दी सारी गाथा महाराज कोल कही। गुरु कलगीधर सच्चे पातशाह जी महाराज बहुत प्रसन्न हो के कहंदे भाई तलोकिया मंग की चाहीदा। सतगुरु गुरु गोबिंद सिंह सच्चे पातशाह जी महाराज दे साहबजादियां दे अंतिम संस्कार दी कीती हुई सेवा ते सतगुरु जी इन्ना शब्द कहंदे आ वेखो कि दस चाहीदा की है। ते भाई तलोके ने हथ जोड़ के आख्या सच्चे पातशाह इस इलाके विच साडी सरदारी नहीं अजे कायम हो रही। महाराज कहंदे कुछ होर मंगे तां गुरु हरराय साहब बचन कहे होए आ अटाली रहणगे तुहाडी सरदारी कायम होवेगी। सच्चे पातशाह महाराज मैनू आप दी सिक्खी बख्शो। सतगुरु जी ने कहा परिवार समेत अमृत छको। भाई तलोका ते भाई रामा अमृत छक करके सिंह सजे ते गुरुदेव ने अपने कर कमलां नाल साध संगत जी हुक्मनामा लिखिया।
सच्चे पातशाह ने भाई तलोके नूं जो हुक्मनामा लिखिया होया है, साध संगत जी उहदे दर्शन जिहड़े है मोती बाग विच कुछ समा वो हुक्मनामा साहब रहा है। हुण दास नूं पता नहीं, पर उस हुक्मनामे साहब की लिखत जिहड़ी है इतिहास विच अंकित है। सतगुरु जी ने बहुत सारिया बख्शिशां दे बचन उस हुक्मनामे साहब दे अंदर सतगुरु जी ने कहे। गरीब नवाज सतगुरु जी ने यह बचन कहा, भाई तलोकिया तेरा घर मेरा घर है। एडी सेवा करन दे बदले सतगुरु जी ने बहुत बेशुमार बख्शिशां नाल निवाजिया, अमृत दी दात दिती। इवें साहबजादियां ते शहीद सिंघां दा अंतिम संस्कार साध संगत जी उत्थे चमकौर साहिब दी पावन धरती ते होया है, जिथे गुरुद्वारा कतलगढ़ साहिब जी सुभायमान है। सच्चे पातशाह जी दीयां पवित्र यादगारां हन। गुरुद्वारा गढ़ी साहिब है, जिथे कच्ची गढ़ी सीगी, जिथों महाराज ने ये युद्ध लड़िया। ते फिर साध संगत जी एक गुरुद्वारा गुरु का बाग साहिब है, एक गुरुद्वारा दमदमा साहिब है, जिथे सच्चे पातशाह जी महाराज कुरुक्षेत्र नूं जांदियां होया हजूर रस्ते विच रुके सीगे। ते साध संगत जी जदों महाराज इत्थे आए सी ना, कुरुक्षेत्र नूं जांदियां होया जिहड़ा स्थान बनिया माछेवाड़े दी एक बिरध माता सी, जिहड़ी इत्थे सतगुरु पातशाह जी वास्ते बहुत बरीक सूत दा वस्त्र बुन करके लियाई सी। उस महाराज नूं भेंट कीता। उदों दी गल है जदों महाराज कुरुक्षेत्र जांदे आ। अजे तां उस समय कोई होर युद्ध दे असार नहीं सीगे बने। सतगुरु जी भंगाणी दा युद्ध फतेह कर आए सी। कदे पहाड़ी राजियां नाल संधियां, कदी फिर वो चढ़ाई करदे सी। सतगुरु जी जदों उत्थे रुके सी, ये बिरध माता माछीवाड़े दी रहण वाली जदों हजूर नूं ये वस्त्र भेंट कीता, सतगुरु जी कहण लगे, माता ये वस्त्र तू अपने कोल रख लै, असीं कदे आप मंग के तेथों लवांगे। ये गरीब नवाज सच्चे पातशाह जी ने उदों चमकौर साहिब दी धरती ते बचन कहे सीगे, जदों महाराज कुरुक्षेत्र नूं जांदे रुके सन। ते बिरध माता उस वक्त नूं याद करदी सी जदों सतगुरु जी आके इस वस्त्र नूं मेरे कोलों प्राप्त करनगे। खबरां तां पता लगदियां ही सीगियां कि महाराज सच्चे पातशाह जी चमकौर साहिब दी धरती तो सच्चे पातशाह जी महाराज आप चले गए है। हजूर दे साहबजादे उत्थे शहीद हो गए है। किवें होवेगा महाराज, किवें वस्त्र प्राप्त करनगे। सतगुरु सच्चे पातशाह जी महाराज जदों गुलाबे मसंद दे घरे आ करके साध संगत जी उस माता नूं जिवें सददे है, तो गरीब नवाज सच्चे पातशाह जी महाराज जदों जिवें इत्थे सतगुरु जी सिलसिलेवाज पहुंचदे है, जदों महाराज सच्चे पातशाह जी झाड़ साहब आए है, इत्थे महाराज जी दा पवित्र स्थान कायम है। ये मझां चारन वाले ने जदों हजूर नूं वेख के पहचान के रौला पाउणा चाहिया सीगा, सतगुरु जी ने हीरियां जरत खंजर दिता, फिर भी ना हटिया। मोहरां पहलां दित्तियां, ना हटिया। फिर खंजर दिता, ना हटिया। फिर सतगुरु जी ने अपने हथों एक चपेड़ मार के सदा लई चुप कराता। सदा ही वो गूंगा रहा, जीवन भर बोल नहीं सकिया। महाराज सच्चे पातशाह इत्थों हुंदे होए फिर जदों साध संगत जी माछीवाड़े गुलाबे मसंद दे बाग विच सतगुरु जी आ उतरे सन, ते गरीब नवाज सच्चे पातशाह जी ने इत्थे वो रुख अजे मौजूद है, जिस रुख दे थल्ले सतगुरु जी ने टिंड दा सराणा लाया सी। वो खूह भी मौजूद है, जिस खूह दी टिंड सतगुरु जी ने अपने सराणे रखी सी सच्चे पातशाह जी ने। गरीब नवाज सच्चे पातशाह कईयां दिनां दे हजूर अनींदरे ते उथे सच्चे पातशाह जी महाराज टिंड दा सराणा ला करके हजूर विश्राम करन लगे। हाथ विच नंगी श्री साहिब सतगुरु जी दे पकड़ी हुई, जिथे महाराज आपदे श्री मुख तो ये बचन कहे सी, मित्र प्यारे नूं हाल मुरीदां दा कहना, तुद बिन रोग रजाइयां दा ओढ़ण, नाग निवासां दे रहना, सूल सुराही खंजर प्याला, बिंग कसाइयां दा सहना, यारड़े दा सानू सत्थर चंगा, पठ खेड़ियां दा रहना। अकाल पुरख वाहिगुरु दे प्यार विच सतगुरु जी कहंदे, मैनू ये सत्थर ही चंगा माछीवाड़े दा। जे तेरा प्यार नहीं ते फिर सारे दुनिया दे सुख होण सानू पठ वर्गे प्रतीत हुंदे आ, दुखदाई प्रतीत हुंदे आ। वाहिगुरु दे प्यार विच सतगुरु जी ने ये शब्द कहे है
ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਫਿਰ ਜਦੋਂ ਦਿਨ ਦਾ ਚੜ੍ਹਾਅ ਹੋ ਗਿਆ ਤੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਮਹਾਰਾਜ ਨੂੰ ਖੋਜਦੇ ਹੋਏ ਸਾਧ ਸੰਗਤ ਜੀ ਜਦੋਂ ਤਾਰੇ ਦੀ ਸੇਧ ਲੈ ਕਰਕੇ ਚਲੇ ਆ ਰਹੇ ਸੀ, ਕਿਉਂਕਿ ਚੱਪਾ ਚੱਪਾ ਤਾਂ ਸਤਿਗੁਰੂ ਜੀ ਦਾ ਵੈਰੀ ਬਣ ਚੁੱਕਾ ਹੈ। ਕੋਈ ਐਸਾ ਸਾਧ ਸੰਗਤ ਜੀ ਨਹੀਂ ਕਿ ਜਿਹਦੇ ਤੇ ਭਰੋਸਾ ਕੀਤਾ ਜਾ ਸਕਦਾ ਹੈ। ਭਾਈ ਦਇਆ ਸਿੰਘ ਸਾਹਿਬ ਮਨ ਵਿੱਚ ਚਿੰਤਤ ਹੈ, ਗੁਰੂ ਸਾਹਿਬ ਜੀ ਕਿੱਥੇ ਹੋਣਗੇ, ਕਿਵੇਂ ਮਹਾਰਾਜ ਪ੍ਰਾਪਤ ਹੋ ਜਾਣ। ਜਦੋਂ ਚੱਲਦੇ ਹੋਏ ਆ ਰਹੇ ਹੈ, ਥੋੜੇ ਥੋੜੇ ਫਰਕ ਤੇ ਚੱਲ ਰਹੇ ਆ ਤਿੰਨੇ ਸਿੰਘ ਕਿ ਕਿਤੇ ਜੰਗਲ ਵਿੱਚ ਮਹਾਰਾਜ ਦੀ ਖੋਜ ਮਿਲ ਜਾਵੇ। ਤੇ ਸਾਧ ਸੰਗਤ ਜੀ ਭਾਈ ਸੰਤੋਖ ਸਿੰਘ ਸਾਹਿਬ ਲਿਖਿਆ ਕਿ ਮਹਾਰਾਜ ਦੇ ਅੰਗੂਠੇ ਵਿੱਚ ਸਾਧ ਸੰਗਤ ਜੀ ਉਹ ਚਮੜੇ ਦਾ ਪਾਇਆ ਹੋਇਆ, ਜਿਹਨੂੰ ਸਾਧ ਸੰਗਤ ਜੀ ਅੰਗੂਠੀ ਵੀ ਕਹਿ ਦਿੰਦੇ। ਜਿਹੜਾ ਅੰਗੂਠੀ ਸ਼ਬਦ ਹੈ ਨਾ, ਇਹ ਉਸੇ ਤੋਂ ਹੀ ਬਣਿਆ। ਉਂਗਲਾਂ ਵਿੱਚ ਪਾਉਣ ਵਾਲੀ ਜਿਹੜੀ ਛਾਪ ਜਿਹਨੂੰ ਕਹਿੰਦੇ ਆ ਨਾ, ਅੰਗੂਠੀ ਸ਼ਬਦ ਉੱਥੋਂ ਹੀ ਬਣਿਆ, ਕਿਉਂਕਿ ਇਹ ਅੰਗੂਠੇ ਤੇ ਚੜਾਉਣ ਵਾਲਾ ਉਹਨੂੰ ਅੰਗੁਸ਼ਟ ਕਿਹਾ ਜਾਂਦਾ ਅਸਲ ਵਿੱਚ। ਤੇ ਉਹ ਅੱਗੋਂ ਤੇ ਦੁਆਲਿਓਂ ਚਮੜੇ ਦਾ ਹੁੰਦਾ ਹੈ। ਉਹਦੇ ਸਾਧ ਸੰਗਤ ਜੀ ਜਿਹੜਾ ਅੰਗੂਠੇ ਦਾ ਅੰਦਰਲਾ ਬੰਨਾ ਹੁੰਦਾ ਨਾ, ਉਹਦੇ ਤੇ ਫੌਲਾਦ ਦੀ ਘੁੰਡੀ ਹੁੰਦੀ ਹੈ, ਤੇ ਜਿਹੜਾ ਅੰਗੂਠੇ ਦਾ ਬਾਹਰਲਾ ਪਾਸਾ ਸੀਗਾ ਉਹਦੇ ਉੱਤੇ ਹੀਰਾ ਜੜਿਆ ਹੋਇਆ ਸੀ। ਤੇ ਉਹਦੇ ਨਾਲ ਜਦੋਂ ਪਰਤੰਚਾ ਚੜਾ ਕੇ ਖਿੱਚੀਦਾ ਨਾ ਸਾਧ ਸੰਗਤ ਜੀ ਚਿੱਲੇ ਨੂੰ, ਉਸ ਘੁੰਡੀ ਵਿੱਚ ਚਿੱਲਾ ਫਸਾ ਕਰਕੇ ਖਿੱਚੀਦਾ। ਇੱਕ ਅੰਗੂਠੇ ਨਾਲ ਗੁਰਦੇਵ 450 ਪਾਉਂਡ ਦੀ ਕਮਾਨ ਖਿੱਚ ਦਿੰਦੇ ਸੀ ਸੱਚੇ ਪਾਤਸ਼ਾਹ। ਅੰਗੂਠੇ ਵਿੱਚ ਇੰਨੀ ਜਾਨ ਸੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਉਹ ਤੀਰ ਚਲਾਉਣ ਵਾਲਾ ਅੰਗੁਸ਼ਟ ਜਿਹੜਾ ਸੀਗਾ, ਉਹ ਜਦੋਂ ਮਹਾਰਾਜ ਮਸਤਕ ਦੇ ਉੱਤੇ ਹੱਥ ਹੋਣ ਕਰਕੇ ਉਹ ਸਾਧ ਸੰਗਤ ਜੀ ਸੂਰਜ ਦੀ ਕਿਰਨ ਜਦੋਂ ਉੱਥੇ ਬੇਸ਼ਕੀਮਤੇ ਲਾਲ ਦੇ ਉੱਤੇ ਪੈ ਰਹੀ ਸੀ, ਤੇ ਉਹਦੀ ਚਮਕ ਜਿਹੜੀ ਸੀ ਭਾਈ ਦਇਆ ਸਿੰਘ ਸਾਹਿਬ ਨੇ ਵੇਖ ਲਈ ਕਿ ਉਹ ਗੁਰਦੇਵ ਦੇ ਸਰੀਰ ਦਾ ਕੋਈ ਭੂਖਣ ਹੈ, ਹੋਵੇ ਨਾ ਮਹਾਰਾਜ ਇੱਥੇ ਹੋਣਗੇ। ਜਦੋਂ ਉਸ ਦਿਸ਼ਾ ਨੂੰ ਪਹੁੰਚੇ ਆ ਤੇ ਗੁਰੂਦੇਵ ਬਰਾਜੇ ਹੋਏ ਆ ਸੱਚੇ ਪਾਤਸ਼ਾਹ ਜੀ ਮਹਾਰਾਜ ਵੱਲ ਨੂੰ, ਜਦੋਂ ਬੜੀ ਕਾਹਲੀ ਨਾਲ ਵਧਣ ਲੱਗੇ ਤੇ ਭਾਈ ਮਾਨ ਸਿੰਘ ਆਖਿਆ ਸਤਿਗੁਰੂ ਬਰਾਜੇ ਹੋਇਆ, ਹੱਥ 'ਚ ਸ੍ਰੀ ਸਾਹਿਬ ਹੈ। ਜਦੋਂ ਇਸ ਪ੍ਰਕਾਰ ਮਨ ਦੇ ਅੰਦਰ ਖਿਆਲ ਆਇਆ, ਫਿਰ ਭਾਈ ਦਇਆ ਸਿੰਘ ਸਾਹਿਬ ਜੀ ਆਪਣੇ ਅੰਤਰਾਤਮੇ ਉਸ ਪਿਆਰ ਨਾਲ ਜਦੋਂ ਗੁਰੂਦੇਵ ਦੇ ਚਰਨਾਂ ਨੂੰ ਜਾ ਸਪਰਸ਼ ਕੀਤਾ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਰੀਰ 'ਚ ਚੇਤਨਤਾ ਆਈ। ਗਰੀਬ ਨਵਾਜ ਬੜੇ ਮੁਸਕਰਾ ਕੇ ਪੁੱਛਦੇ ਆ ਗਏ ਦਇਆ ਸਿੰਘ ਜੀ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਚਿਹਰੇ ਤੇ ਕੋਈ ਇਹੋ ਜਿਹੀ ਸ਼ਿਕਨ ਨਹੀਂ, ਕੋਈ ਇਹੋ ਜਿਹਾ ਉਦਾਸੀ ਵਾਲਾ ਭਾਵ ਨਹੀਂ। ਬੜੇ ਖਿੜੇ ਮੱਥੇ ਭਾਈ ਦਇਆ ਸਿੰਘ ਸਾਹਿਬ ਜੀ ਨੂੰ ਮਹਾਰਾਜ ਕਹਿੰਦੇ ਆ ਗਏ ਹੋ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਉੱਠਣ ਲੱਗੇ ਆ, ਭਾਈ ਸੰਤੋਖ ਸਿੰਘ ਸਾਹਿਬ ਲਿਖਿਆ ਕਿ ਹਜੂਰ ਦੇ ਚਰਨਾਂ ਤੇ ਉਸ ਸਮੇਂ ਫਲੂਹੇ ਬਣ ਗਏ ਸੀ, ਛਾਲੇ ਪੈ ਗਏ ਸੀ, ਕੰਡਿਆਂ ਨਾਲ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ 'ਚੋਂ ਲਹੂ ਸਿਮਦਾ ਸੀ। ਬਾਣਾ ਵੀ ਹਜੂਰ ਦਾ ਜਿਹੜਾ ਸੀ ਉਸ ਸਮੇਂ ਮਸਤਾਨਾ ਹੋ ਚੁੱਕਾ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਉੱਠਣ ਲੱਗੇ ਆ ਤੇ ਕੁਝ ਸਰੀਰ ਕਰਕੇ ਮਹਾਰਾਜ ਦੇ ਚੋਜ ਨੇ ਸਤਿਗੁਰੂ ਜੀ ਦੇ, ਕਾਇਨਾਤ ਨੂੰ ਚਲਾਉਣ ਵਾਲੇ ਸਤਿਗੁਰੂ। ਵੇਖੋ ਅੱਜ ਇਸ ਹਾਲਾਤ ਨਾਲ ਜੇ ਕੋਈ ਸ਼ੰਕਾਵਾਦੀ ਹੁੰਦਾ ਤੇ ਫਿਰ ਕਿਵੇਂ ਮਹਾਰਾਜ ਦੇ ਉੱਤੇ ਸ਼ਰਧਾ ਕਰਦਾ। ਭਾਈ ਦਇਆ ਸਿੰਘ ਸਾਹਿਬ ਜਿਨ੍ਹਾਂ ਨੂੰ ਪਤਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਇਹ ਕੌਤਕ ਕਰ ਰਹੇ ਹੈ, ਭਾਈ ਮਾਨ ਸਿੰਘ ਸਾਹਿਬ ਜੀ ਦੇ ਮੋਢੇ ਦਾ ਆਸਰਾ ਲਿਆ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਉਹ ਗੁਲਾਬੇ ਮਸੰਦ ਦਾ ਹੀ ਬਾਗ ਸੀਗਾ ਤੇ ਉਹਦੇ ਵਿੱਚ ਦੀ ਸਾਧ ਸੰਗਤ ਜੀ ਇੱਕ ਛੋਟਾ ਜਿਹਾ ਨਹਿਰੀ ਖਾਲ ਹੁੰਦਾ, ਜਿਵੇਂ ਉਹਨੂੰ ਸੂਆ ਵੀ ਕਹਿ ਦਿੰਦੇ ਪੰਜਾਬ ਦੇ ਅੰਦਰ। ਸੱਚੇ ਪਾਤਸ਼ਾਹ ਜੀ ਮਹਾਰਾਜ ਉਹਦੇ ਵਿੱਚ ਆਪਣੇ ਚਰਨ ਸਤਿਗੁਰੂ ਜੀ ਨੇ ਰੱਖੇ ਹੈ। ਤੇ ਉਹ ਇਸ ਕਰਕੇ ਕਿ ਠੰਡ ਦੇ ਨਾਲ ਨਾ ਜਿਵੇਂ ਸਾਧ ਸੰਗਤ ਜੀ ਕੋਈ ਜ਼ਖਮ ਹੋਵੇ, ਸੋਜਸ਼ ਹੋਵੇ, ਤੇ ਪਹਿਲਾਂ ਕਈ ਬਜ਼ੁਰਗ ਕੀ ਕਰਦੇ ਸੀ, ਉਹ ਸੋਜਸ਼ ਵਾਲੀ ਥਾਂ ਤੇ ਜੇ ਗਰਮ ਟਕੋਰ ਕਰ ਦਈਏ ਤੇ ਹੋਰ ਖਰਾਬ ਹੋ ਜਾਂਦਾ ਉਹ ਜ਼ਖਮ। ਪਰ ਹੁਣ ਸਾਇੰਸ ਕੱਢ ਰਹੀ ਹੈ, ਡਾਕਟਰ ਮੈਡੀਕਲ ਜਿਹੜਾ ਉਹ ਤਰੱਕੀ ਕਰ ਰਿਹਾ, ਕਹਿੰਦੇ ਨੇ ਬਰਫ਼ ਦੀ ਟਕੋਰ ਸੋਜ ਤੇ ਕਰੋ ਤੇ ਛੇਤੀ ਲੱਥਦੀ ਹੈ। ਸਤਿਗੁਰੂ ਜੀ ਉਦੋਂ ਮਹਾਰਾਜ ਇਹ ਸਭ ਕੁਝ ਜਾਣਦੇ ਹੈ। ਮਹਾਰਾਜ ਨੇ ਆਪਣੇ ਸੋਜਸ਼ ਵਾਲੇ ਚਰਨ ਜਿਹੜੇ ਸੀ ਸਤਿਗੁਰੂ ਜੀ ਨੇ ਉਸ ਠੰਡੇ ਜਲ ਵਿੱਚ ਡੁਬੋ ਦਿੱਤੇ। ਜਦੋਂ ਠੰਡੇ ਜਲ ਵਿੱਚ ਜ਼ਖਮਾਂ ਸਮੇਤ ਸਤਿਗੁਰੂ ਜੀ ਨੇ ਉਹ ਚਰਨ ਆਪਣੇ ਜਦੋਂ ਡੁਬੋਏ ਆ, ਕੁਝ ਸਮਾਂ ਮਹਾਰਾਜ ਚਰਨ ਉੱਥੇ ਰੱਖੇ ਆ। ਠੰਡੇ ਜਲ ਦੀ ਟਕੋਰ ਦੇ ਨਾਲ ਚਰਨਾਂ ਦੀ ਸੋਜਸ਼ ਘਟੀ ਹੈ, ਜ਼ਖਮਾਂ ਨੂੰ ਥੋੜਾ ਸਾਧ ਸੰਗਤ ਜੀ ਆਰਾਮ ਮਿਲਿਆ।
ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਆਉਣ ਦਾ ਗੁਲਾਬੇ ਮਸੰਦ ਨੂੰ ਆਪ ਦੇ ਨੌਕਰ ਰਾਹੀਂ ਪਤਾ ਚੱਲਿਆ। ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਆ ਕੇ ਦਰਸ਼ਨ ਕੀਤੇ, ਇਹ ਭਾਈ ਪੰਜਾਬਾ ਤੇ ਭਾਈ ਗੁਲਾਬਾ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦਰਸ਼ਨ ਕਰਕੇ ਬੜੇ ਅਤੀ ਪ੍ਰਸੰਨ ਹੋਏ। ਕਿਹਾ ਗੁਰਦੇਵ ਸਾਡੇ ਲਾਇਕ ਕੋਈ ਸੇਵਾ ਹੋਵੇ, ਆਪ ਮਹਾਰਾਜ ਸਾਡੇ ਗ੍ਰਹਿ ਚੱਲੋ। ਸਮੇਂ ਨੂੰ ਵੇਖਦਿਆਂ ਸਿੰਘਾਂ ਵੀ ਬੇਨਤੀ ਕੀਤੀ, ਭਾਵੇਂ ਕਿ ਕਵਿਰਾਜ ਨੇ ਲਿਖਿਆ ਉੱਥੇ ਸੰਘਣੇ ਬਾਗ ਦੇ ਅੰਦਰ ਇੱਕ ਆੜ ਨੂੰ ਲਾ ਕਰਕੇ ਜਿਹੜੀ ਉੱਚੀ ਥਾਂ ਸੀ, ਮਹਾਰਾਜ ਸੱਚੇ ਪਾਤਸ਼ਾਹ ਵੇਖੋ, ਕਿਉਂਕਿ ਸਮਾਂ ਇਸ ਤਰ੍ਹਾਂ ਦਾ ਹਰ ਵੇਲੇ ਸਤਿਗੁਰੂ ਜੀ ਉਹ ਸੋਚ ਰੱਖਦੇ ਆ ਕਿ ਜਦੋਂ ਚੜ੍ਹਾਈ ਕਿਸੇ ਕਰ ਦਿੱਤੀ ਤੇ ਅੱਗੋਂ ਮੁਕਾਬਲਾ ਕਿਵੇਂ ਕਰਨਾ ਹੈ। ਜਿਵੇਂ ਕੋਈ ਅੱਗੋਂ ਚੰਗੀ ਢਾਹ ਸੀਗੀ ਮਿੱਟੀ ਦੀ, ਮਹਾਰਾਜ ਸੱਚੇ ਪਾਤਸ਼ਾਹ ਉੱਥੇ ਆਸਣ ਲਾਈ ਬੈਠੇ ਸੀ ਕਿ ਸਾਹਮਣੇ ਉਹ ਜੇ ਚੜ੍ਹ ਕੇ ਆ ਗਏ ਤੇ ਇੱਥੇ ਮੁਕਾਬਲਾ ਕਰਾਂਗੇ। ਫਿਰ ਗੁਲਾਬੇ ਮਸੰਦ ਨੇ ਬੇਨਤੀ ਕੀਤੀ ਸੀ, ਮਹਾਰਾਜ ਮੇਰੇ ਗ੍ਰਹਿ ਚੱਲੋ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਫਿਰ ਬੇਨਤੀ ਮੰਨ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਲਾਬੇ ਮਸੰਦ ਦੇ ਘਰ ਆਏ ਹੈ। ਜੋ ਕੱਲ ਦਾ ਦਿਨ ਸੀ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇਸ਼ਨਾਨ ਸੋਧੇ ਆਏ, ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਦੇ ਆ, ਮਹਾਰਾਜ ਜੀ ਦਾ ਇਸ਼ਨਾਨ ਭਾਈ ਦਇਆ ਸਿੰਘ ਸਾਹਿਬ ਜਦੋਂ ਕਰਵਾ ਰਹੇ ਸੀਗੇ, ਤਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਕਛਹਿਰਾ ਬਦਲਣਾ ਸੀ ਸਾਧ ਸੰਗਤ ਜੀ, ਸੁੱਕਾ ਵਸਤਰ ਧਾਰਨ ਕਰਨਾ ਸੀਗਾ, ਸਤਿਗੁਰੂ ਜੀ ਨੇ ਕਮਰ ਕੱਸਾ ਇੰਨਾ ਕੱਸ ਕੇ ਲਾਇਆ ਹੋਇਆ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਹ ਕਮਰ ਕੱਸੇ ਦਾ ਵਸਤਰ ਜਿਹੜਾ ਸੀ ਨਾ, ਮਾਸ ਵਿੱਚ ਧਸਿਆ ਹੋਇਆ ਸੀ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਵਸਤਰ ਨੂੰ ਕੱਢਦੇ ਸਨ, ਭਾਈ ਦਇਆ ਸਿੰਘ ਸਾਹਿਬ ਤੇ ਨਾਲ ਹੀ ਲਹੂ ਸਿਮਦਾ ਸੀ। ਜਦੋਂ ਭਾਈ ਦਇਆ ਸਿੰਘ ਸਾਹਿਬ ਜੀ ਨੇ ਹਾਲਤ ਵੇਖੀ ਤੇ ਹਜੂਰ ਕਹਿੰਦੇ, ਭਾਈ ਦਇਆ ਸਿੰਘ ਪਾਣੀ ਲਾ ਲਾ ਕੇ ਹੌਲੀ ਹੌਲੀ ਵਸਤਰ ਨੂੰ ਗਿੱਲਾ ਕਰਕੇ ਕੱਢ ਲਓ। ਇਉਂ ਜਦੋਂ ਇਹ ਵੀ ਇਤਿਹਾਸ ਵਿੱਚ ਬਚਨ ਆਉਂਦਾ ਹੈ ਕਿ ਕੁਝ ਜਦੋਂ ਮਨ ਦੇ ਅੰਦਰ ਸ਼ੰਕਾ ਮੰਨੀ ਭਾਈ ਦਇਆ ਸਿੰਘ ਸਾਹਿਬ ਨੇ, ਤੇ ਮਹਾਰਾਜ ਕਹਿੰਦੇ, ਭਾਈ ਦਇਆ ਸਿੰਘ ਜੀ, ਪਿਤਾ ਤੋਂ ਪੁੱਤਰ ਨੂੰ ਕਦੇ ਸ਼ਰਮ ਨਹੀਂ ਕਰਨੀ ਚਾਹੀਦੀ। ਭਾਈ ਦਇਆ ਸਿੰਘ ਸਾਹਿਬ ਜੀ ਨੂੰ ਐਸੀਆਂ ਐਸੀਆਂ ਸਿੱਖਿਆਵਾਂ ਹਜੂਰ ਨੇ ਬਖਸ਼ਿਸ਼ ਕੀਤੀਆਂ, ਜੋ ਸਾਧ ਸੰਗਤ ਜੀ ਭਾਈ ਦਇਆ ਸਿੰਘ ਸਾਹਿਬ ਦੇ ਰਾਹੀਂ ਖਾਲਸੇ ਨੂੰ ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਬੋਧੇ ਆਏ। ਗਰੀਬ ਨਵਾਜ ਸਤਿਗੁਰੂ ਜੀ ਇਸ਼ਨਾਨ ਕਰ ਸੁੱਕੇ ਵਸਤਰ ਧਾਰਨ ਕਰਕੇ ਸੱਚੇ ਪਾਤਸ਼ਾਹ ਜੀ ਪਲੰਗੇ ਤੇ ਸਜ ਗਏ ਹਜੂਰ। ਤੇ ਫਿਰ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਨੇ ਪ੍ਰਸ਼ਾਦ ਪਾਇਆ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਹੋ ਜਿਹਾ ਉੱਥੇ ਕੌਤਕ ਕੀਤਾ ਸੀ। ਇਤਿਹਾਸ ਬਹੁਤ ਲੰਮਾ ਹੈ, ਪਰ ਮੈਂ ਸੂਖਸ਼ਮ ਰੂਪ ਵਿੱਚ ਹੀ ਇੱਥੇ ਬੇਨਤੀ ਕਰਕੇ ਫਿਰ ਕਥਾ ਆਰੰਭ ਕਰਦੇ ਹਾਂ ਗੁਰਬਾਣੀ ਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਗੁਲਾਬੇ ਤੇ ਮਸੰਦ ਦਾ ਨਾ ਪੰਜਾਬੇ ਦਾ ਸਿਦਕ ਪਰਖਣ ਲਈ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਸਾਧ ਸੰਗਤ ਜੀ ਬੱਕਰੇ ਦੀ ਖੱਲ ਸੀ ਉਹ ਕਾਜੀ ਦੇ ਘਰ ਜਦੋਂ ਸਿੱਟੀ, ਤੇ ਉਹ ਕਾਜੀ ਜਿਹੜਾ ਸੀ ਉੱਚੀ ਉੱਚੀ ਬੋਲਣ ਲੱਗਾ। ਹਜੂਰ ਨੇ ਮੋਹਰਾਂ ਸਿੱਟੀਆਂ, ਚੁੱਪ ਕਰ ਗਿਆ। ਗੁਲਾਬਾ ਮਸੰਦ ਜਿਹੜਾ ਸੀ ਉਹ ਡਰ ਗਿਆ। ਤੇ ਰਾਤ ਨੂੰ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਨਾ ਜਦੋਂ ਵਿਦਾਇਗੀ ਦੇਣੀ ਹੁੰਦੀ ਹੈ ਤੇ ਥਾਲ ਦੇ ਵਿੱਚ 5 ਰੁਪਈਏ ਤੇ ਨਾਲੇ ਸਾਧ ਸੰਗਤ ਜੀ ਦਸਤਾਰ ਭੇਟਾ ਲੈ ਕੇ ਉੱਤੇ ਚੁਬਾਰੇ 'ਚ ਆ ਗਿਆ। ਹਜੂਰ ਪਲੰਗੇ ਤੇ ਬੈਠੇ ਐ। ਮਹਾਰਾਜ ਕਹਿੰਦੇ, ਕੀ ਹੈ ਗੁਲਾਬਿਆ? ਸੱਚੇ ਪਾਤਸ਼ਾਹ ਮਹਾਰਾਜ, ਮੈਂ ਬਹੁਤ ਗਰੀਬ ਹਾਂ। ਮਹਾਰਾਜ ਕਹਿੰਦੇ, ਤੂੰ ਜਿਹਦਾ ਗੁਰੂ ਪੂਰਾ ਉਹਦਾ ਸਿੱਖ ਗਰੀਬ ਕਿਵੇਂ ਹੋ ਸਕਦਾ? ਮਹਾਰਾਜ ਕਹਿੰਦੇ ਨੇ, ਤਗੜਾ ਹੋ ਗੁਲਾਬਿਆ, ਤੂੰ ਦਿਲ ਕਿਉਂ ਛੱਡਿਆ? ਮਹਾਰਾਜ, ਮੈਂ ਪਰਿਵਾਰ ਸਮੇਤ ਮਾਰਿਆ ਜਾਵਾਂਗਾ। ਡਰ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਸੁੰਘਦੀ ਫਿਰਦੀ ਹੈ ਮੁਗਲ ਫੌਜ ਸਾਰੀ, ਤੇ ਖਬਰੇ ਕਿਹਨੇ ਸ਼ਿਕਾਇਤ ਕਰਤੀ ਤੇ ਮੇਰੇ ਪਰਿਵਾਰ ਸਮੇਤ ਹੀ ਮੈਂ ਮਾਰਿਆ ਜਾਣਾ, ਕੋਈ ਬਚਾ ਨਹੀਂ ਹੋਵੇਗਾ। ਹੋਵੇ ਨਾ ਹੋਵੇ ਤੇ ਮਹਾਰਾਜ ਨੂੰ ਵਿਦਾਇਗੀ ਦਈਏ ਇਥੋਂ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੂੰ ਫਿਰ ਕਹਿੰਦਾ, ਗੁਲਾਬਾ ਮਹਾਰਾਜ, ਇਹ ਕਿਰਪਾ ਕਰਕੇ ਮੇਰੀ ਭੇਟਾ ਪ੍ਰਵਾਨ ਕਰੋ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਗੁਲਾਬਿਆ ਦਿਲ ਨਾ ਛੱਡ, ਬੜੀ ਕਿਰਪਾ ਹੋਵੇਗੀ। ਵੇਖੋ ਹਜੂਰ ਆਪਣੇ ਮੁਖ ਤੋਂ ਇਹ ਬਚਨ ਕਹਿ ਰਹੇ ਸੀ ਕਿ ਗੁਲਾਬਿਆ ਤੇਰਾ ਵਾਲ ਨਹੀਂ ਵਿੰਗਾ ਹੋਊਗਾ। ਬਸ ਸ਼ਰਧਾ ਹੀ ਨਹੀਂ ਨਾ ਕਰ ਸਕਿਆ। ਜਿਹਨੂੰ ਸਤਿਗੁਰੂ ਜੀ ਇਹ ਵਾਕ ਕਹਿ ਦੇਣ ਤੇਰਾ ਵਾਲ ਨਹੀਂ ਵਿੰਗਾ ਹੋਊਗਾ, ਉਹਦੇ ਵੱਲ ਤਾਂ ਕਾਲ ਵੀ ਨਹੀਂ ਝਾਕ ਸਕਦਾ, ਹੋਰ ਕਿਸੇ ਵੇਖਣਾ ਹੀ ਕੀ ਹੈ। ਪਰ ਗੁਲਾਬਾ ਸਥਿਰ ਨਾ ਹੋ ਸਕਿਆ। ਕਿਹਾ, ਮਹਾਰਾਜ ਮੈਂ ਮਾੜਾ ਹਾਂ। ਜਦੋਂ ਤੀਸਰੀ ਵਾਰ ਵੀ ਹਜੂਰ ਦਾ ਬਚਨ ਹਟਾਇਆ ਤੇ ਫਿਰ ਮਹਾਰਾਜ ਕਿਹਾ, ਚੰਗਾ ਮਾੜਾ ਤੇ ਰਹੋ ਮਾੜਾ, ਤੂੰ ਕੋਈ ਜੋਰਾਵਰ ਪਦਵੀ ਲਈ ਨਹੀਂ ਸਾਥੋਂ, ਚੰਗਾ ਹੁਣ ਮਾੜਾ ਤੇ ਮਾੜਾ ਹੀ ਰਹੇਗਾ। ਇਹ ਮਹਾਰਾਜ ਬਚਨ ਕਹੇ।
ਫਿਰ ਸਤਿਗੁਰੂ ਜੀ ਕਹਿੰਦੇ ਅਸੀਂ ਦਿਨ ਚੜ੍ਹਦੇ ਨੂੰ ਗੁਲਾਬਿਆ ਇਥੋਂ ਚਲੇ ਜਾਵਾਂਗੇ। ਵੇਖੋ ਸਮਾਂ ਸੀ ਨਾ, ਕਦੇ ਜਿਨ੍ਹਾਂ ਸਤਿਗੁਰਾਂ ਦੇ ਚਰਨਾਂ ਤੇ ਸੀਸ ਰੱਖ ਕੇ ਭੀਖ ਮੰਗਦੇ ਸੀ, ਮਹਾਰਾਜ ਮੁਕਤ ਕਰੋ, ਸੱਚੇ ਪਾਤਸ਼ਾਹ ਮੈਨੂੰ ਦਾਨ ਦਿਓ, ਮੇਰੇ ਤੇ ਦੁੱਧ ਪੁੱਤ ਦੀ ਬਖਸ਼ਿਸ਼ ਕਰੋ। ਅੱਜ ਸਤਿਗੁਰੂ ਜੀ ਨੂੰ ਲੋੜ ਸੀਗੀ ਤੇ ਮਹਾਰਾਜ ਨੂੰ ਵਿਦਾਇਗੀ ਦੇ ਰਿਹਾ ਗੁਲਾਬਾ ਮਸੰਦ ਸਿੱਖ। ਸੱਚੇ ਪਾਤਸ਼ਾਹ ਜੀ ਨੂੰ ਇਹ ਮੂੰਹੋਂ ਹੀ ਕਹਿ ਰਿਹਾ ਹੈ ਕਿ ਮਹਾਰਾਜ ਮੇਰੇ ਘਰੋਂ ਚਲੇ ਜਾਓ। ਸਾਧ ਸੰਗਤ ਜੀ, ਸਤਿਗੁਰੂ ਜੀ ਦੇ ਤਾਂ ਸਿੱਖਾਂ ਦੇ ਚਰਨ ਪਵਾਉਣ ਲਈ ਤਰਸਦੀ ਹੈ ਦੁਨੀਆ, ਤੇ ਜਿੱਥੇ ਬਾਜਾਂ ਵਾਲੇ ਸਤਿਗੁਰੂ ਆਪ ਹੀ ਚਰਨ ਧਰਿਆ ਹੋਵੇ, ਮਾੜਾ ਹੀ ਭਾਗ ਸੀ ਨਾ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਸਮੇਂ ਫਿਰ ਆਗਿਆ ਕੀਤੀ ਸੀ ਕਿ ਜਿਹੜੀ ਬਿਰਧ ਮਾਤਾ ਹੈ ਨਾ, ਮਹਾਰਾਜ ਨੇ ਭਾਈ ਮਾਨ ਸਿੰਘ ਸਾਹਿਬ ਨੂੰ ਭੇਜਿਆ, ਗਨੀ ਖਾਨ ਨਬੀ ਖਾਨ ਦਾ ਪਤਾ ਦੱਸਿਆ। ਸਤਿਗੁਰੂ ਚੋਜੀ ਪਾਤਸ਼ਾਹ ਸਭ ਕੁਝ ਜਾਣਦੇ ਆ ਕਿ ਕਿਵੇਂ ਕਿਵੇਂ ਵਰਤਣਾ। ਮਹਾਰਾਜ ਕਹਿੰਦੇ ਜਾਓ ਉਹਨਾਂ ਨੂੰ, ਉਹ ਘੋੜਿਆਂ ਦੇ ਵਪਾਰੀ ਸੀ। ਗਨੀ ਖਾਨ ਨਬੀ ਖਾਨ ਦਾ ਵੀ ਅਸਥਾਨ ਮਾਛੀਵਾੜੇ ਵਿੱਚ ਬਣਿਆ ਹੋਇਆ। ਹਜੂਰ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਸਾਧ ਸੰਗਤ ਜੀ ਉਸ ਬਿਰਧ ਮਾਤਾ ਦੇ ਕੋਲ ਭਾਈ ਮਾਨ ਸਿੰਘ ਜੀ ਨੂੰ ਭੇਜਿਆ ਕਿ ਗੁਰੂਦੇਵ ਸੱਦਦੇ ਆ। ਮਾਤਾ ਗਦਗਦ ਹੋ ਗਈ ਮਹਾਰਾਜ ਦਾ ਨਾਂ ਸੁਣ ਕੇ ਕਿ ਸਤਿਗੁਰੂ ਦੀ ਪਈ ਅਮਾਨਤ ਹੈ। ਮਹਾਰਾਜ ਨੇ ਬਚਨ ਕੀਤਾ ਸੀ ਅਸੀਂ ਆਪ ਲਵਾਂਗੇ ਆ ਕਰਕੇ, ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਭੇਟਾ ਕਰਨ ਲਈ ਉਹ ਵਸਤਰ ਲੈ ਕਰਕੇ ਜਦੋਂ ਬਿਰਧ ਮਾਤਾ ਆਈ ਹੈ, ਗੁਰੂਦੇਵ ਦਾ ਦਰਸ਼ਨ ਕਰਕੇ ਨਿਹਾਲ ਹੋਈ। ਸਤਿਗੁਰੂ ਜੀ ਨੇ ਕਿਹਾ ਮਾਤਾ ਤੇਰੀ 14 ਦਿਨ ਹੋਰ ਆ ਜੂਗਾ ਤੇ ਭਜਨ ਬੰਦਗੀ ਕਰਦਿਆਂ ਹੋਇਆਂ ਤੇਰਾ ਸਰੀਰ ਸਫਲਾ ਹੋਇਆ, ਤੂੰ ਸਾਡੇ ਲੋਕ ਵਿੱਚ ਜਾ ਬਰਾਜੇਂਗੀ। ਇਹ ਬਚਨ ਹਜੂਰ ਨੇ ਕਿਹਾ। ਮਹਾਰਾਜ ਤੋਂ ਬੜੀਆਂ ਬਖਸ਼ਿਸ਼ਾਂ ਲਈਆਂ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਤਿਸ ਸਮੇਂ ਉਹ ਜਿਹੜਾ ਸਾਧ ਸੰਗਤ ਜੀ ਸਫੇਦ ਵਸਤਰ ਸੀ ਬਰੀਕ ਸੂਤ ਦਾ ਉਣਿਆ ਹੋਇਆ, ਮਹਾਰਾਜ ਜੀ ਨੇ ਉਸ ਨੂੰ ਨੀਲਾ ਰੰਗ ਕਰਨ ਵਾਸਤੇ ਸਤਿਗੁਰੂ ਜੀ ਨੇ ਆਗਿਆ ਦਿੱਤੀ। ਜਦੋਂ ਆਪ ਮਾਛੀਵਾੜੇ ਜਾਓ, ਇਹ ਤਾਂ ਸਾਧ ਸੰਗਤ ਜੀ ਹੁਣ ਜਿਹੜੀਆਂ ਨਿਸ਼ਾਨਦੇਹੀਆਂ ਨੇ, ਉਹ ਬਰਤਨ ਅਜੇ ਤੱਕ ਲਲਾਰੀ ਦਾ ਮੌਜੂਦ ਹੈ ਜਿਹਦੇ ਵਿੱਚ ਸਤਿਗੁਰੂ ਜੀ ਦਾ ਵਸਤਰ ਰੰਗਿਆ ਗਿਆ ਸੀ। ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਉੱਚ ਦੇ ਪੀਰ ਬਣਦੇ ਆ, ਇਹ ਉੱਚ ਦਾ ਹੀ ਪੀਰ ਵਿਸ਼ੇਸ਼ ਮਹਾਰਾਜ ਕਿਉਂ ਬਣੇ ਆ? ਹੋਰ ਕੋਈ ਵੀ ਪੀਰ ਦਾ ਰੂਪ ਧਾਰਨ ਕਰ ਸਕਦੇ ਸੀ, ਉੱਚ ਦਾ ਪੀਰ ਮਹਾਰਾਜ ਤਾਂ ਬਣੇ ਆ ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਸਿੱਖਿਆ ਲੈ ਕਰਕੇ ਜਿਹੜੇ ਸਾਧ ਸੰਗਤ ਜੀ ਮੁਸਲਮਾਨੀ ਉੱਚ ਦਾ ਪੀਰ ਹੋਇਆ ਨਾ, ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸਿੱਖ ਹੋਇਆ। ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੂੰ ਆਪ ਦਾ ਸਾਧ ਸੰਗਤ ਜੀ ਗੁਰੂ ਮੰਨਦੇ ਆ, ਪੀਰ ਮੰਨਦੇ ਆ। ਸਤਿਗੁਰੂ ਜੀ ਉੱਚ ਦਾ ਪੀਰ ਇਸ ਕਰਕੇ ਬਣੇ ਆ ਕਿਉਂਕਿ ਮਹਾਰਾਜ ਸੱਚਮੁੱਚ ਹੀ ਉੱਚ ਦੇ ਪੀਰਾਂ ਦੇ ਪੀਰ ਹਨ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਹਨ। ਇਸ ਕਰਕੇ ਸਤਿਗੁਰੂ ਜੀ ਨੇ ਆਪਣੇ ਹੀ ਉਹਨਾਂ ਨੂੰ ਸਿੱਖ ਜਾਣ ਕਰਕੇ ਸਤਿਗੁਰੂ ਜੀ ਨੇ ਉਸ ਬਾਣੇ ਨੂੰ ਵੀ ਭਾਗ ਲਾਏ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਜਿਵੇਂ ਸਤਿਗੁਰੂ ਜੀ ਇੱਥੋਂ ਫਿਰ ਉੱਚ ਦਾ ਪੀਰ ਬਣ ਕੇ ਤੁਰਦੇ ਆ, ਗਨੀ ਖਾਨ ਤੇ ਨਬੀ ਖਾਂ ਆ ਕੇ ਮੱਥਾ ਟੇਕਦੇ ਆ, ਹਜੂਰ ਨੂੰ ਪਹਿਚਾਨ ਕੇ ਨਿਹਾਲ ਹੁੰਦੇ ਆ। ਸਤਿਗੁਰੂ ਜੀ ਜਿਵੇਂ ਉਹਨਾਂ ਨੂੰ ਸੇਵਾ ਕਰਨ ਵਾਸਤੇ ਫਿਰ ਆਗਿਆ ਕਰਦੇ ਆ। ਇਥੋਂ ਆਪਾਂ ਕੱਲ ਨੂੰ ਸਰਵਣ ਕਰਾਂਗੇ। ਤੇ ਸਾਧ ਸੰਗਤ ਜੀ ਤਕਰੀਬਨ ਅੱਜ 26 ਤਰੀਕ ਹੈ ਤੇ 27 ਤੇ 28 ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲੇ ਦੇ ਸਾਧ ਸੰਗਤ ਜੀ ਬਹੁਤ ਵੱਡਾ ਉੱਥੇ ਪੰਥ ਦਾ ਇਕੱਠ ਹੁੰਦਾ ਹੈ। ਇਹ ਸਰਹੰਦ ਦੀ ਧਰਤੀ ਦੀ ਇਹ ਸਾਧ ਸੰਗਤ ਜੀ ਲਹੂ ਨਾਲ ਲਿਖੀ ਹੋਈ ਕਹਾਣੀ ਜੋ ਸਾਹਿਬਜ਼ਾਦਿਆਂ ਨੇ ਆਪ ਦੀ ਸ਼ਹਾਦਤ ਦਿੱਤੀ ਹੈ, ਮਾਤਾ ਸਾਹਿਬ ਨੇ ਆਪ ਦੀ ਸ਼ਹਾਦਤ ਦਿੱਤੀ ਹੈ। 2 ਦਿਨ ਤੋਂ ਇਹ ਜਿਹੜੀ ਹੈ ਲਗਾਤਾਰ ਹੁਣ ਕਥਾ ਸਰਹੰਦ ਦੇ ਸਾਕੇ ਦੀ ਹੋਵੇਗੀ ਨਾਲ। ਤੇ ਸਤਿਗੁਰੂ ਜੀ ਜਿਵੇਂ, ਕਿਉਂਕਿ ਇਹ ਜਿਹੜਾ ਸਰਹੰਦ ਦਾ ਸ਼ਹੀਦੀ ਸਾਕਾ ਹੈ ਨਾ, ਇਤਿਹਾਸ ਨੇ ਨੂਰੇ ਮਾਹੀ ਦੀ ਰਸਨਾ ਤੋਂ ਕਿਹਾ ਹੈ। ਜਦੋਂ ਮਹਾਰਾਜ ਲੰਮੇ ਜੱਟਪੁਰੇ ਪਹੁੰਚਦੇ ਆ ਸੱਚੇ ਪਾਤਸ਼ਾਹ, ਉੱਥੇ ਸਾਰਾ ਸ਼ਹੀਦੀ ਸਾਕਾ ਸਤਿਗੁਰੂ ਜੀ ਨੂਰੇ ਮਾਹੀ ਤੋਂ ਸੁਣਦੇ ਆ। ਇਹ ਜਿਵੇਂ ਜਿਵੇਂ ਇਤਿਹਾਸ ਦੇ ਵਿੱਚ ਆਉਂਦਾ ਹੈ ਤਿਵੇਂ ਤਿਵੇਂ ਆਪਾਂ